ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਐਸਕੇ ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਸਮਾਜਿਕ ਵਿਗਿਆਨ ਵਿਸ਼ੇ ਦੇ ਬਾਰੇ ਵਿੱਚ, ਜਿਹੜਾ ਕਿ 7ਵੀਂ ਕਲਾਸ ਨਾਲ ਸੰਬੰਧਿਤ ਹੈਗਾ। ਤੇ ਇਹਦੇ ਵਿੱਚ ਆਪਾਂ ਗੱਲ ਕਰਨੀ ਹੈਗੀ ਹੈ ਇਤਿਹਾਸ ਵਿਸ਼ੇ ਦੀ। ਤੇ ਇਹਦੇ ਵਿੱਚ ਆਪਾਂ ਦੇਖਾਂਗੇ ਨਵੇਂ ਰਾਜ ਤੇ ਰਾਜਿਆਂ ਦੇ ਬਾਰੇ ਵਿੱਚ। ਇਹਦੇ ਵਿੱਚ ਆਪਾਂ ਗੱਲ ਕਰਾਂਗੇ ਮੇਨਲੀ ਅੱਜ ਚੌਹਾਨ ਵੰਸ਼ ਦੇ ਬਾਰੇ ਵਿੱਚ, ਤੇ ਨਾਲ ਹੀ ਜਿਹੜੇ ਹੋਰ ਵੰਸ਼ ਹੈਗੇ ਨੇ ਉਹਨਾਂ ਦੇ ਬਾਰੇ ਵਿੱਚ ਵੀ ਗੱਲ ਕਰਾਂਗੇ। ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈਗੀ ਕਨੌਜ ਲਈ ਸੰਘਰਸ਼ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਆਪਾਂ ਮੈਪ ਦੇ ਥਰੂ ਦੇਖਾਂਗੇ। ਜਿਹੜਾ ਆਪਾਂ ਗੱਲ ਕਰੀਏ ਕਨੌਜ, ਤਾਂ ਇਸ ਜਗ੍ਹਾ ਦੇ ਉੱਪਰ ਕਨੌਜ ਜਿਹੜਾ ਹੈਗਾ ਇਹ ਗੰਗਾ ਨਦੀ ਦੇ ਜਿਹੜਾ ਉੱਪਰ ਹੈਗਾ ਏ। ਤੇ ਜੋ ਵੀ ਸ਼ਾਸਕ ਇਹਦੇ ਉੱਪਰ ਜਿਹੜਾ ਰਾਜ ਕਰਦਾ ਹੈਗਾ ਏ, ਤੇ ਉਹ ਜਿਹੜਾ ਆਰਾਮ ਦੇ ਨਾਲ ਜਿਹੜੇ ਗੰਗਾ ਵਾਦੀ ਹੈਗੀ ਹੈ, ਗੰਗਾ ਦੇ ਨਦੀ ਦੇ ਆਸੇ ਪਾਸੇ ਜਿੰਨੀ ਵੀ ਮਤਲਬ ਜਗ੍ਹਾ ਹੈਗੀ ਉਹਦੇ ਉੱਪਰ ਆਪਣਾ ਆਸਾਨੀ ਨਾਲ ਕਬਜ਼ਾ ਕਰ ਲੈਂਦਾ ਸੀ। ਤੇ ਇਹਦੇ ਵਿੱਚ ਜਿਹੜੀਆਂ ਤਿੰਨ ਸ਼ਕਤੀਆਂ ਹੈਗੀਆਂ ਨੇ, ਗੁਰਜਰ ਪ੍ਰਤਿਹਾਰ ਵੰਸ਼, ਇਸ ਤੋਂ ਇਲਾਵਾ ਜਿਹੜਾ ਪਾਲ ਵੰਸ਼ ਹੈਗਾ, ਤੇ ਨਾਲ ਦੀ ਨਾਲ ਜਿਹੜਾ ਰਾਸ਼ਟਰਕੂਟ ਵੰਸ਼ ਹੈਗਾ, ਇਹ ਤਿੰਨੇ ਇਹਦੇ ਲਈ ਸੰਘਰਸ਼ ਕਰਦੇ ਨੇ ਕਨੌਜ ਦੇ ਲਈ। ਤੇ ਜੇ ਆਪਾਂ ਗੱਲ ਕਰੀਏ ਹਰਸ਼ਵਰਧਨ ਦੇ ਟਾਈਮ ਤੇ, ਤਾਂ ਉਸ ਦੀ ਰਾਜਧਾਨੀ ਸੀਗੀ ਹਰਸ਼ਵਰਧਨ ਦੀ ਕਨੌਜ। ਉਸ ਟਾਈਮ ਤੇ ਆਰਥਿਕ ਪੱਖ ਤੋਂ ਜਿਹੜਾ ਬਹੁਤ ਜਿਹੜਾ ਮਜ਼ਬੂਤ ਸਥਿਤੀ ਵਿੱਚ ਸੀ। ਪਰ ਜਦੋਂ ਇਹ ਤਿੰਨ ਜਿਹੜੀਆਂ ਸ਼ਕਤੀਆਂ ਹੈਗੀਆਂ ਨੇ ਸੰਘਰਸ਼ ਕਰ ਰਹੀਆਂ ਨੇ ਕਨੌਜ ਦੇ ਲਈ, ਤਾਂ ਇਹਦੀ ਜਿਹੜੀ ਆਰਥਿਕ ਸਥਿਤੀ ਹੈ ਉਹ ਵਿਗੜ ਜਾਂਦੀ ਹੈਗੀ ਹੈ, ਕਿਉਂਕਿ ਲਗਾਤਾਰ ਸੰਘਰਸ਼ ਦੇ ਚੱਲਦੇ ਸਥਿਤੀ ਡਾਵਾਂਡੋਲ ਹੋਣੀ ਜਿਹੜੀ ਉਹ ਬਣਦੀ ਹੈਗੀ ਹੈ। ਤੇ ਨਾਲ ਦੀ ਨਾਲ ਇਹਦੀ ਜਿਹੜੀ ਆਰਥਿਕ ਸਥਿਤੀ ਵੀ ਆਪਾਂ ਨੂੰ ਕਮਜ਼ੋਰ ਹੁੰਦੀ ਦਿਖਦੀ ਹੈਗੀ ਹੈ, ਤੇ ਨਾਲ ਹੀ ਜਿਹੜੀ ਇਹਦੀ ਮਹੱਤਤਾ ਹੈਗੀ ਉਹ ਵੀ ਜਿਹੜੀ ਘਟਣੀ ਸ਼ੁਰੂ ਹੋ ਜਾਂਦੀ ਹੈ। ਇਹ ਜਿਹੜੀਆਂ ਤਿੰਨ ਸ਼ਕਤੀਆਂ ਆਪਸ ਵਿੱਚ ਜਿਹੜਾ ਇਸ ਦੇ ਲਈ ਸੰਘਰਸ਼ ਕਰਦੀਆਂ ਨੇ, ਤੇ ਇਹ ਜਿਹੜਾ ਸੰਘਰਸ਼ ਹੈਗਾ ਇਹ ਲਗਾਤਾਰ 200 ਸਾਲ ਤੱਕ ਹੀ ਚੱਲਦਾ ਹੈ। ਕਨੌਜ ਦੇ ਲਈ ਜਿਹੜਾ ਤਿੰਨ ਸ਼ਕਤੀਆਂ ਹੈਗੀਆਂ ਨੇ, ਇਹਨਾਂ ਦੁਆਰਾ ਜਦੋਂ ਸੰਘਰਸ਼ ਕੀਤਾ ਜਾਂਦਾ, ਇਤਿਹਾਸਕਾਰ ਜਿਹੜੇ ਹੈਗੇ ਨੇ ਉਹ ਇਸ ਨੂੰ ਜਿਹੜਾ ਤ੍ਰੈਪੱਖੀ ਸੰਘਰਸ਼ ਦਾ ਨਾਮ ਦਿੰਦੇ ਹੈਗੇ ਨੇ। ਜਿਹੜਾ ਕਨੌਜ ਦੇ ਲਈ ਇਹਨਾਂ ਤਿੰਨਾਂ ਸ਼ਕਤੀਆਂ ਦੇ ਦੁਆਰਾ ਯੁੱਧ ਕੀਤਾ ਜਾਂਦਾ ਹੈਗਾ ਪਾਲ, ਰਾਸ਼ਟਰਕੂਟ ਤੇ ਗੁਰਜਰ ਪ੍ਰਤਿਹਾਰ ਵੰਸ਼ ਦੇ ਦੁਆਰਾ। ਇਹ ਤਾਂ ਗੱਲ ਰਹੀ ਕਨੌਜ ਲਈ ਸੰਘਰਸ਼ ਦੀ। ਤੇ ਅੱਗੇ ਆਪਾਂ ਗੱਲ ਕਰਾਂਗੇ ਚੌਹਾਨ ਵੰਸ਼ ਦੇ ਬਾਰੇ ਵਿੱਚ। ਤਾਂ ਜਿਹੜਾ ਚੌਹਾਨ ਵੰਸ਼ ਹੈਗਾ ਇਸ ਨੂੰ ਪਹਿਲਾਂ ਚਾਹਮਾਨ ਵੰਸ਼ ਬੋਲਿਆ ਜਾਂਦਾ ਸੀ, ਤੇ ਜਿਹੜਾ ਕਿ ਅੱਗੇ ਚੱਲ ਕੇ ਚੌਹਾਨ ਵੰਸ਼ ਦੇ ਨਾਮ ਨਾਲ ਪ੍ਰਸਿੱਧ ਹੁੰਦਾ ਹੈਗਾ। ਤੇ ਇਹਦੇ ਵਿੱਚ ਜਿਹੜੇ ਖੇਤਰ ਆਉਂਦੇ ਨੇ ਦਿੱਲੀ, ਅਜਮੇਰ ਪਲੱਸ ਜਿਹੜੇ ਆਸ-ਪਾਸ ਦੇ ਇਲਾਕੇ ਹੈਗੇ ਨੇ ਉਹ ਵੀ ਇਹਦੇ ਵਿੱਚ ਸ਼ਾਮਿਲ ਸੀਗੇ। ਤੇ ਇਸ ਤੋਂ ਇਲਾਵਾ ਜਿਹੜੇ ਸ਼ਾਸਕ ਹੈਗੇ ਨੇ ਉਹਨਾਂ ਦੇ ਦੁਆਰਾ ਜਿਹੜਾ ਆਪਣੇ ਸਾਮਰਾਜ ਦਾ ਵਿਸਥਾਰ ਜਿਹੜਾ ਹੈਗਾ ਉਹ ਪੱਛਮ ਤੇ ਪੂਰਬ ਦਿਸ਼ਾ ਵੱਲ ਜਿਹੜਾ ਕੀਤਾ ਜਾਂਦਾ ਹੈਗਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਗੁਜਰਾਤ ਦੇ ਜਿਹੜਾ ਚਾਲੁਕਿਆ ਵੰਸ਼ ਹੈਗਾ ਜਾਂ ਫਿਰ ਗਹਿੜਵਾਲ ਜਿਹੜੇ ਹੈਗੇ ਨੇ, ਉਹਨਾਂ ਨਾਲ ਵੀ ਇਹਨਾਂ ਨੇ ਜਿਹੜਾ ਯੁੱਧ ਕੀਤਾ ਸੀ। ਇਸ ਵੰਸ਼ ਦਾ ਜੇ ਸ਼ਕਤੀਸ਼ਾਲੀ ਸ਼ਾਸਕ ਦੀ ਗੱਲ ਕਰੀਏ ਤਾਂ ਜਿਹੜਾ ਪ੍ਰਿਥਵੀਰਾਜ ਚੌਹਾਨ ਜਾਂ ਫਿਰ ਪ੍ਰਿਥਵੀਰਾਜ ਚੌਹਾਨ ਤੀਜਾ ਜਿਹਨੂੰ ਬੋਲਿਆ ਜਾਂਦਾ ਹੈਗਾ, ਇਹ ਜਿਹੜਾ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀਗਾ। ਤੇ ਇਹਨੇ 1179 ਈਸਵੀ ਤੋਂ ਜਿਹੜਾ 1192 ਈਸਵੀ ਤੱਕ ਸ਼ਾਸਨ ਕੀਤਾ। ਤੇ 92 ਈਸਵੀ ਵਿੱਚ 1192 ਦੇ ਵਿੱਚ ਜਦੋਂ ਤਰਾਇਨ ਦਾ ਸੈਕੰਡ ਯੁੱਧ ਹੁੰਦਾ ਹੈ, ਤਾਂ ਉੱਥੇ ਦਾ ਜਿਹੜਾ ਮੁਹੰਮਦ ਗੌਰੀ ਦੇ ਦੁਆਰਾ ਜਿਹੜਾ ਕਤਲ ਕਰ ਦਿੱਤਾ ਜਾਂਦਾ। ਇਸ ਦੇ ਨਾਲ ਹੀ ਜਿਹੜਾ ਇਸ ਸ਼ਾਸਕ ਦਾ ਜਿਹੜਾ ਅੰਤ ਹੋ ਜਾਂਦਾ ਹੈਗਾ। ਇਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਜਿਹੜਾ ਤਰਾਇਨ ਦਾ ਪਹਿਲਾ ਯੁੱਧ ਹੈ 1991 ਦੇ ਵਿੱਚ ਜਿਹੜਾ ਮੁਹੰਮਦ ਗੌਰੀ ਤੇ ਪ੍ਰਿਥਵੀਰਾਜ ਜਿਹੜਾ ਤੀਸਰਾ ਹੈਗਾ ਪ੍ਰਿਥਵੀਰਾਜ ਚੌਹਾਨ ਹੈਗਾ, ਇਹਨਾਂ ਦੋਵਾਂ ਦੇ ਵਿੱਚ ਹੁੰਦਾ ਹੈਗਾ। ਤੇ ਇਹਦੇ ਵਿੱਚ ਜਿਹੜਾ ਪ੍ਰਿਥਵੀਰਾਜ ਚੌਹਾਨ ਹੈਗਾ ਉਹਨੂੰ ਜਿੱਤ ਪ੍ਰਾਪਤ ਹੁੰਦੀ ਹੈਗੀ ਹੈ। ਇਸ ਤੋਂ ਇਲਾਵਾ ਜਿਹੜੇ ਰਾਜਪੂਤ ਸ਼ਾਸਕ ਸੀਗੇ ਉਸ ਟਾਈਮ ਤੇ, ਉਹਨਾਂ ਦੇ ਵਿੱਚ ਜਿਹੜਾ ਰਿਵਾਇਤ ਸੀ ਕਿ ਯੁੱਧ ਤੋਂ ਬਾਅਦ ਜੋ ਵੀ ਜਿਹੜਾ ਦੁਸ਼ਮਣ ਹੈਗਾ ਉਹ ਹਾਰ ਜਾਂਦਾ ਹੈ, ਉਹਨੂੰ ਜਿਹੜਾ ਕਤਲ ਕਰਨ ਦੀ ਬਜਾਏ ਜਿਹੜਾ ਉਹਨੂੰ ਛੱਡ ਦਿੱਤਾ ਜਾਂਦਾ ਸੀਗਾ। ਤੇ ਇਸ ਦੇ ਨਾਲ ਜਿਹੜਾ ਮੁਹੰਮਦ ਗੌਰੀ ਹੈਗਾ ਉਹ ਵਾਪਸ ਜਾਂਦਾ ਹੈ, ਤੇ ਉੱਥੇ ਜਾ ਕੇ ਜਿਹੜਾ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਦਾ ਹੈ। ਤੇ 1192 ਦੇ ਵਿੱਚ ਉਹ ਵਾਪਸ ਆਉਂਦਾ ਹੈਗਾ ਇਹ ਤਰਾਇਨ ਦੇ ਜਿਹੜਾ ਦੂਸਰੀ ਲੜਾਈ ਹੁੰਦੀ ਹੈਗੀ, ਤੇ ਜਿਸ ਦੇ ਵਿੱਚ ਜਿਹੜਾ ਮੁਹੰਮਦ ਗੌਰੀ ਹੈਗਾ ਹੈ ਉਹ ਜਿੱਤ ਜਾਂਦਾ ਹੈ। ਤੇ ਜਿਹੜਾ ਚੌਹਾਨ ਸ਼ਾਸਕ ਹੈਗਾ ਇਹ ਪ੍ਰਿਥਵੀਰਾਜ ਚੌਹਾਨ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈਗਾ। ਤੇ ਇਸ ਚਿੱਤਰ ਦੇ ਵਿੱਚ ਆਪਾਂ ਪ੍ਰਿਥਵੀਰਾਜ ਚੌਹਾਨ ਨੂੰ ਆਪਾਂ ਦੇਖ ਰਹੇ ਹੈਗੇ ਹਾਂ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹਰਸ਼ਵਰਧਨ ਤੋਂ ਬਾਅਦ, ਤਾਂ ਜਿਹੜਾ ਸਾਮਰਾਜ ਹੈਗਾ ਇਹ ਪੂਰਾ ਦੇਸ਼ ਹੈਗਾ ਉਹ ਜਿਹੜਾ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਜਾਂਦਾ ਹੈ। ਤੇ ਜਿਹੜਾ ਬਹੁਤ ਸਾਰੇ ਜਿਹੜੇ ਰਾਜਪੂਤ ਜਿਹੜੇ ਸ਼ਾਸਕ ਹੈਗੇ ਨੇ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਜਿਹੜੇ ਉਹਨਾਂ ਦਾ ਜਿਹੜਾ ਸਾਮਰਾਜ ਛੋਟੇ ਛੋਟੇ ਜਿਹੜੇ ਰਾਜ ਉਹ ਬਣ ਜਾਂਦੇ ਹੈਗੇ ਨੇ। ਤੇ ਇਸ ਤੋਂ ਇਲਾਵਾ ਜਿਹੜੇ ਸ਼ਾਸਕ ਹੈਗੇ ਨੇ ਰਾਜਪੂਤ, ਜਿਹੜਾ ਆਪਸ ਦੇ ਵਿੱਚ ਜਿਹੜਾ ਯੁੱਧ ਵਗੈਰਾ ਕਰਦੇ ਰਹਿੰਦੇ ਨੇ, ਜਿਸ ਦੇ ਨਾਲ ਜਿਹੜੀ ਸਥਿਤੀ ਹੈਗੀ ਉਹ ਡਾਵਾਂਡੋਲ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਜਿਹੜੇ ਕੁਛ ਰਾਜ ਜਿਹੜੇ ਹੈਗੇ ਨੇ ਉਹ ਪੈਦਾ ਹੁੰਦੇ ਨੇ, ਨਾਲ ਦੀ ਨਾਲ ਥੋੜ੍ਹੇ ਕੁ ਟਾਈਮ ਬਾਅਦ ਜਿਹੜੇ ਉਹ ਖਤਮ ਵੀ ਹੋ ਜਾਂਦੇ ਹੈਗੇ ਨੇ। ਤੇ ਇਸ ਤੋਂ ਇਲਾਵਾ ਆਪਾਂ ਦੇਖੀਏ ਤਾਂ ਜਿਹੜਾ 8ਵੀਂ ਤੋਂ 13ਵੀਂ ਸਦੀ ਦੇ ਜਿਹੜਾ ਸਮਾਂ ਹੈਗਾ ਇਹਦੇ ਵਿਚਕਾਰ ਦਾ ਸਮਾਂ ਹੈਗਾ ਉਸ ਨੂੰ ਰਾਜਪੂਤ ਕਾਲ ਬੋਲਿਆ ਜਾਂਦਾ ਹੈ, ਕਿਉਂਕਿ ਇਸ ਟਾਈਮ ਦੇ ਜਿਹੜੇ ਬਹੁਤ ਸਾਰੇ ਜਿਹੜੇ ਰਾਜਪੂਤ ਵੰਸ਼ ਹੋਏ ਨੇ ਜਿਹੜੇ ਉਹ ਸਥਾਪਿਤ ਉਹਨਾਂ ਨੇ ਆਪਣਾ ਜਿਹੜਾ ਰਾਜ ਸਥਾਪਿਤ ਕੀਤਾ ਹੈਗਾ। ਇਸ ਤੋਂ ਇਲਾਵਾ ਜਿਹੜੇ ਉਹ ਖਤਮ ਵੀ ਹੋ ਗਏ ਨੇ ਥੋੜ੍ਹੇ ਟਾਈਮ ਬਾਅਦ, ਪਰ ਜਿਹੜੇ ਮਜ਼ਬੂਤ ਸੀਗੇ ਉਹ ਜਿਹੜੇ ਕਾਫੀ ਟਾਈਮ ਤੱਕ ਚੱਲਦੇ ਰਹੇ ਹੈਗੇ ਨੇ। ਇਸ ਤੋਂ ਇਲਾਵਾ ਜੇ ਇਸ ਚਿੱਤਰ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਮਹਿਮੂਦ ਗਜ਼ਨਵੀ ਨੂੰ, ਜਿਹੜਾ ਕਿ ਮੱਧਕਾਲੀਨ ਯੁੱਗ ਦੀ ਜਿਹੜਾ ਸ਼ਾਸਕ ਸੀਗਾ। ਗਜ਼ਨੀ ਦੇ ਵਿੱਚ ਜਿਹੜਾ ਇਹਨੇ ਰਾਜ ਕੀਤਾ ਹੈਗਾ ਇਹ, ਤੇ ਅੱਜ ਦੇ ਜਿਹੜਾ ਅਫਗਾਨਿਸਤਾਨ ਹੈਗਾ ਉੱਥੇ ਸਥਿਤ ਸੀਗਾ। ਤੇ ਇਸ ਤੋਂ ਇਲਾਵਾ ਆਪਾਂ ਦੇਖੀਏ ਤਾਂ ਜਿਹੜਾ ਮਹਿਮੂਦ ਗਜ਼ਨਵੀ ਹੈਗਾ ਉਹ ਚਾਹੁੰਦਾ ਸੀ ਕਿ ਜਿਹੜਾ ਉਹਦਾ ਸਾਮਰਾਜ ਹੈਗਾ ਉਸ ਨੂੰ ਜਿਹੜਾ ਹੋਰ ਸਥਿਤੀ ਨੂੰ ਉਹਦੀ ਨੂੰ ਮਜ਼ਬੂਤ ਕਰ ਲਵੇ। ਤੇ ਇਸ ਲਈ ਜਿਹੜਾ ਉਹ ਆਪਣੀ ਜਿਹੜੀ ਫੌਜ ਤਿਆਰ ਕਰਦਾ ਹੈਗਾ, ਤੇ ਉਹਦੇ ਲਈ ਜਿਹੜਾ ਆਪਣੇ ਸਾਮਰਾਜ ਦਾ ਵਿਸਥਾਰ ਕਰਨ ਲਈ ਧਨ ਦੀ ਜ਼ਰੂਰਤ ਸੀਗੀ, ਜਿਹੜੀ ਕਿ ਉਸ ਨੂੰ ਕਿਤੋਂ ਪਤਾ ਲੱਗਾ ਕਿ ਜਿਹੜਾ ਭਾਰਤ ਹੈਗਾ ਉਸ ਦੇ ਕੋਲ ਬਹੁਤ ਜ਼ਿਆਦਾ ਧਨ ਹੈਗਾ। ਇਸ ਲਈ ਉਹ ਜਿਹੜਾ ਭਾਰਤ ਦੇ ਉੱਪਰ ਲਗਾਤਾਰ 17 ਹਮਲੇ ਕਰਦਾ ਹੈਗਾ। ਤੇ ਉਹ ਜਿਹੜਾ ਪਹਿਲਾ ਹਮਲਾ ਜਿਹੜਾ 1001 ਈਸਵੀ ਵਿੱਚ ਕਰਦਾ ਹੈਗਾ, ਤੇ ਇਸ ਤੋਂ ਇਲਾਵਾ 1025 ਈਸਵੀ ਵਿੱਚ ਉਹ ਜਿਹੜਾ 17 ਹਮਲੇ ਲਗਾਤਾਰ ਭਾਰਤ ਦੇ ਉੱਪਰ ਉਸ ਦੇ ਦੁਆਰਾ ਕੀਤੇ ਜਾਂਦੇ ਹੈਗੇ ਨੇ। ਜੇਕਰ ਆਪਾਂ ਹਮਲਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੇ ਇਹਨਾਂ ਨੇ ਕੁੱਲ 7 ਹਮਲਿਆਂ ਦੇ ਬਾਰੇ ਵਿੱਚ ਵਰਣਨ ਕੀਤਾ ਹੈਗਾ। ਤੇ ਇਹਦੇ ਵਿੱਚ ਆਪਾਂ ਦੇਖਾਂਗੇ ਜਿਹੜਾ ਪਹਿਲਾ ਹਮਲਾ ਹੈਗਾ
ਉਹ ਜਿਹੜਾ ਮਹਿਮੂਦ ਗਜ਼ਨਵੀ ਦੇ ਦੁਆਰਾ ਕੀਤਾ ਗਿਆ ਸੀ। ਉਹ ਜੈਪਾਲ ਸ਼ਾਸਕ ਸੀ, ਜਿਹੜਾ ਕਿ ਹਿੰਦੂ ਸ਼ਾਹੀ ਸ਼ਾਸਕ ਸੀਗਾ, ਹਿੰਦੂ ਸ਼ਾਹੀ ਰਾਜ ਦਾ ਸ਼ਾਸਕ ਸੀਗਾ ਜੈਪਾਲ। ਉਹਦੇ ਉੱਪਰ 1001 ਈਸਵੀ ਵਿੱਚ ਜਿਹੜਾ ਮਹਿਮੂਦ ਗਜ਼ਨਵੀ ਹੈਗਾ ਉਹਦੇ ਦੁਆਰਾ ਹਮਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੇ ਆਪਾਂ ਸੈਕਿੰਡ ਹਮਲੇ ਦੀ ਗੱਲ ਕਰੀਏ ਤਾਂ ਉਹ ਵੀ ਜਿਹੜਾ ਜੈਪਾਲ ਦੇ ਉੱਪਰ ਹੀ ਕੀਤਾ ਗਿਆ ਸੀਗਾ। ਤੇ ਇਸ ਜਿਹੜਾ ਉਹਦੇ ਦੁਆਰਾ ਕਾਫੀ ਸਾਰਾ ਜਿਹੜਾ ਧਨ ਜਾਂ ਫਿਰ ਹਾਥੀ ਜਿਹੜੇ ਹੈਗੇ ਨੇ ਉਹਦੇ ਦੁਆਰਾ ਮਹਿਮੂਦ ਗਜ਼ਨਵੀ ਦੇ ਦੁਆਰਾ ਜਿਹੜਾ ਜੈਪਾਲ ਕੋਲੋਂ ਪ੍ਰਾਪਤ ਕੀਤੇ ਗਏ ਸੀ। ਤੇ ਲਗਾਤਾਰ ਜਿਹੜੀ 2 ਵਾਰ ਹਾਰਨ ਤੋਂ ਬਾਅਦ ਜਾਂ ਫਿਰ ਇੰਨੀ ਭਿਆਨਕ ਸੰਧੀ ਜਿਹੜੀ ਕਰਨੀ ਪਈ ਸੀ ਜੈਪਾਲ ਨੂੰ ਮਹਿਮੂਦ ਗਜ਼ਨਵੀ ਦੇ ਨਾਲ, ਇਹਦੇ ਚੱਲਦੇ ਜਿਹੜਾ ਜੈਪਾਲ ਹੈਗਾ ਉਹ ਆਪਣੀ ਜਿਹੜੀ ਆਤਮ ਹੱਤਿਆ ਕਰ ਲੈਂਦਾ ਹੈਗਾ। ਜੇਕਰ ਆਪਾਂ ਅਨੰਦਪਾਲ ਦੀ ਗੱਲ ਕਰੀਏ ਤਾਂ ਅਨੰਦਪਾਲ ਦੇ ਉੱਪਰ ਜਦੋਂ ਮਹਿਮੂਦ ਗਜ਼ਨਵੀ ਨੇ ਹਮਲਾ ਕੀਤਾ ਸੀ ਤਾਂ ਇਸ ਦਾ ਜਿਹੜਾ ਭਾਰਤ ਦੇ ਉੱਪਰ 6ਵਾਂ ਹਮਲਾ ਸੀਗਾ। ਇਸ ਤੋਂ ਪਹਿਲਾਂ ਵੀ ਜਿਹੜੇ ਯੁੱਧ ਹੋਏ ਉਹਦੇ ਹਮਲੇ ਹੋਏ ਨੇ ਮਹਿਮੂਦ ਗਜ਼ਨਵੀ ਦੇ ਭਾਰਤ ਦੇ ਉੱਪਰ, ਤੇ ਉਹਦੇ ਵਿੱਚ ਇੱਕ ਯੁੱਧ ਦੇ ਵਿੱਚ ਅਨੰਦਪਾਲ ਮੁਲਤਾਨ ਦਾ ਜਿਹੜਾ ਸ਼ਾਸਕ ਸੀਗਾ ਦਾਊਦ, ਉਹਦੀ ਜਿਹੜੀ ਹੈਲਪ ਕੀਤੀ ਸੀਗੀ ਮਹਿਮੂਦ ਗਜ਼ਨਵੀ ਦੇ ਖਿਲਾਫ ਅਨੰਦਪਾਲ ਨੇ। ਤੇ ਉਹਦੇ ਵਿੱਚ ਜਿਹੜਾ ਮਹਿਮੂਦ ਗਜ਼ਨਵੀ ਹੈਗਾ ਏ ਉਹਨੂੰ ਜਿੱਤ ਪ੍ਰਾਪਤ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਅਨੰਦਪਾਲ ਦੇ ਉੱਪਰ ਉਸ ਦੇ ਦੁਆਰਾ ਹਮਲਾ ਕੀਤਾ ਜਾਂਦਾ ਹੈ, ਜਿਹੜਾ ਕਿ ਭਾਰਤ ਦੇ ਉੱਪਰ ਮਹਿਮੂਦ ਗਜ਼ਨਵੀ ਦਾ 6ਵਾਂ ਹਮਲਾ ਸੀਗਾ। ਇਹਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਜਿਹੜਾ ਮਹਿਮੂਦ ਗਜ਼ਨਵੀ ਦੇ ਖਿਲਾਫ ਜਿਹੜਾ ਅਨੰਦਪਾਲ ਹੈਗਾ ਹੈ ਉਹ ਉਜੈਨ ਦੇ ਸ਼ਾਸਕ, ਜਾਂ ਫਿਰ ਗੱਲ ਕਰੀਏ ਆਪਾਂ ਗਵਾਲੀਅਰ ਦੀ, ਕਲਿੰਜਰ, ਦਿੱਲੀ ਜਾਂ ਫਿਰ ਅਜਮੇਰ ਦੇ ਜਿਹੜੇ ਸ਼ਾਸਕ ਹੈਗੇ ਨੇ ਸਾਰੇ ਜਣੇ ਜਿਹੜੇ ਇਕੱਠਾ ਹੋ ਕੇ ਇੱਕ ਸਮੂਹ ਬਣਾਉਂਦੇ ਨੇ। ਤੇ ਜਿਹੜਾ ਅਨੰਦਪਾਲ ਦੀ ਮਦਦ ਦੇ ਲਈ ਉਹ ਜਿਹੜਾ ਮਹਿਮੂਦ ਗਜ਼ਨਵੀ ਦੇ ਖਿਲਾਫ ਖੜੇ ਹੁੰਦੇ ਨੇ। ਤੇ ਮਹਿਮੂਦ ਗਜ਼ਨਵੀ ਦੇ ਨਾਲ ਜਦੋਂ ਉਹਨਾਂ ਦਾ ਯੁੱਧ ਹੁੰਦਾ ਹੈ ਤਾਂ ਮਹਿਮੂਦ ਗਜ਼ਨਵੀ ਪਿਸ਼ਾਵਰ ਦੇ ਉੱਪਰ 1008 ਈਸਵੀ ਵਿੱਚ ਹਮਲਾ ਕਰਦਾ ਹੈ। ਤੇ ਜਿਹੜੇ ਸ਼ਾਸਕ ਹੈਗੇ ਨੇ ਸਾਰਿਆਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ ਤੇ ਮਹਿਮੂਦ ਗਜ਼ਨਵੀ ਜਿਹੜਾ ਉਹ ਲੁੱਟਮਾਰ ਕਰਕੇ ਵਾਪਸ ਚਲਾ ਜਾਂਦਾ ਹੈਗਾ। ਇਸ ਤੋਂ ਬਾਅਦ ਅੱਗੇ ਉਹਨਾਂ ਦਾ ਹਮਲਾ ਹੁੰਦਾ ਹੈ ਨਾਗਰਕੋਟ ਦੇ ਉੱਪਰ। ਨਾਗਰਕੋਟ ਦੇ ਉੱਪਰ ਉਹਨੇ 1009 ਈਸਵੀ ਵਿੱਚ ਹਮਲਾ ਕੀਤਾ ਸੀ। ਤੇ ਜਿਹੜਾ ਨਾਗਰਕੋਟ ਦੇ ਉੱਪਰ ਜਦੋਂ ਹਮਲਾ ਕੀਤਾ ਤਾਂ ਉੱਥੇ ਵੀ ਜਿਹੜਾ ਲੁੱਟਮਾਰ ਕਰਕੇ ਉਹ ਵਾਪਸ ਚਲਾ ਜਾਂਦਾ ਹੈਗਾ। ਇਸ ਤੋਂ ਇਲਾਵਾ ਥਾਨੇਸਰ ਦੀ ਗੱਲ ਕਰੀਏ ਤਾਂ ਥਾਨੇਸਰ ਦੇ ਉੱਪਰ 1014 ਈਸਵੀ ਦੇ ਵਿੱਚ ਹਮਲਾ ਕੀਤਾ ਸੀ, ਜਿਹੜੇ ਕਿ ਇਹਦੇ ਵਿੱਚ ਵੀ ਜਿਹੜੇ ਹੋਰ ਵੀ ਹਮਲੇ ਉਸ ਦੇ ਦੁਆਰਾ ਕੀਤੇ ਗਏ ਸੀ ਇਸ ਤੋਂ ਥਾਨੇਸਰ ਤੋਂ ਪਹਿਲਾਂ। ਤੇ ਇਸ ਦੇ ਵਿੱਚ ਵੀ ਜਿਹੜਾ ਥਾਨੇਸਰ ਦੇ ਉੱਪਰ ਉਸ ਦੁਆਰਾ ਹਮਲਾ ਕੀਤਾ ਜਾਂਦਾ ਹੈਗਾ। ਤੇ ਥਾਨੇਸਰ ਦੇ ਵਿੱਚ ਇੱਕ ਮੰਦਿਰ ਹੈਗਾ ਜਿੰਦੀ ਜਿਹੜਾ ਕਿ ਮਹਿਮੂਦ ਗਜ਼ਨਵੀ ਦੇ ਦੁਆਰਾ ਲੁੱਟ ਕੇ ਜਿਹੜਾ ਉਸ ਤੋਂ ਜਿਹੜਾ ਵੀ ਸੋਨਾ ਵਗੈਰਾ ਉਸ ਨੂੰ ਪ੍ਰਾਪਤ ਹੁੰਦਾ ਹੈ ਉਹ ਲੈ ਜਾਂਦਾ ਹੈ ਵਾਪਸ ਆਪਣੇ ਨਾਲ। ਜੇਕਰ ਆਪਾਂ ਮੰਦਿਰ ਦੀ ਗੱਲ ਕਰੀਏ ਤਾਂ ਜਿਹੜਾ ਇਹ ਚੱਕਰ ਸਵਾਮੀ ਮੰਦਿਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਸ ਮੰਦਿਰ ਨੂੰ ਜਿਹੜਾ ਮਹਿਮੂਦ ਗਜ਼ਨਵੀ ਦੇ ਦੁਆਰਾ ਲੁੱਟਿਆ ਗਿਆ ਸੀਗਾ। ਮਥੁਰਾ ਤੇ ਕਨੌਜ ਦੀ ਗੱਲ ਕਰੀਏ ਤਾਂ ਜਿਹੜਾ 1018 ਤੇ 19 ਦੇ ਵਿੱਚ ਮਹਿਮੂਦ ਗਜ਼ਨਵੀ ਨੇ ਜਿਹੜਾ ਮਥੁਰਾ ਤੇ ਕਨੌਜ ਦੇ ਉੱਪਰ ਹਮਲਾ ਕੀਤਾ ਸੀਗਾ। ਤੇ ਇੱਥੋਂ ਵੀ ਜਿਹੜਾ ਕਾਫੀ ਮਾਤਰਾ ਦੇ ਵਿੱਚ ਉਹ ਧਨ ਦੌਲਤ ਜਿਹੜੀ ਉਹ ਪ੍ਰਾਪਤ ਕੀਤੀ ਸੀ ਉਸਨੇ। ਇਸ ਤੋਂ ਇਲਾਵਾ ਕਲਿੰਜਰ ਦੇ ਉੱਤੇ ਜਿਹੜਾ 1021 ਈਸਵੀ ਵਿੱਚ ਜਿਹੜਾ ਹਮਲਾ ਕੀਤਾ ਗਿਆ ਸੀ ਮਹਿਮੂਦ ਗਜ਼ਨਵੀ ਦੇ ਦੁਆਰਾ। ਇਹਦੇ ਵਿੱਚ ਜਿਹੜਾ ਵਿਦਿਆਧਰ ਸ਼ਾਸਕ ਹੈਗਾ ਇਹ ਜਿੰਨੇ ਵੀ ਇਹਦੇ ਹਮਲੇ ਹੋਏ ਨੇ ਮਹਿਮੂਦ ਗਜ਼ਨਵੀ ਦੇ, ਸਭ ਤੋਂ ਜਿਹੜਾ ਆਪਾਂ ਗੱਲ ਕਰੀਏ ਤਾਂ ਟੱਕਰ ਦਾ ਜਿਹੜਾ ਸ਼ਾਸਕ ਹੈ ਉਹ ਵਿਦਿਆਧਰ ਇਹਨੂੰ ਮਿਲਿਆ ਸੀ, ਆਪਾਂ ਕਹਿ ਸਕਦੇ ਹੈਗੇ ਮਹਿਮੂਦ ਗਜ਼ਨਵੀ ਨੂੰ। ਤੇ ਇਹਨਾਂ ਦੇ ਵਿੱਚ ਜਿਹੜਾ ਆਪਾਂ ਕਾਫੀ ਭਿਆਨਕ ਯੁੱਧ ਹੁੰਦਾ ਹੈ। ਤੇ ਪਰ ਇੱਥੇ ਵੀ ਜਿਹੜਾ ਵਿਦਿਆਧਰ ਹੈਗਾ ਏ ਇੰਨੀ ਜ਼ਿਆਦਾ ਮਜ਼ਬੂਤ ਟੱਕਰ ਦੇਣ ਦੇ ਬਾਵਜੂਦ ਵੀ ਜਿਹੜਾ ਇਹਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਤੇ ਜਦ ਇਹਨਾਂ ਨੇ ਗੱਲ ਕੀਤੀ ਹੈਗੀ ਕਿ ਜਿਹੜਾ ਉਹ ਮੈਦਾਨ ਛੱਡ ਕੇ ਭੱਜ ਜਾਂਦਾ, ਕਹਿੰਦਾ ਭਾਵ ਕਿ ਉਹਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ। ਦੇ ਨਾਲ ਦੀਆਂ ਜਿਹੜੀ ਉਹਦੀ ਜਦੋਂ ਮੈਦਾਨ ਛੱਡ ਕੇ ਭੱਜਦਾ ਹੈਗਾ ਤੇ ਉਹਦੀ ਫੌਜ ਜਿਹੜਾ ਉਹ ਹਾਰ ਜਾਂਦੀ ਹੈਗੀ ਇਸ ਦੇ ਨਾਲ ਹੀ। ਕਿਉਂਕਿ ਆਪਾਂ ਦੇਖਦੇ ਹੈਗੇ ਆ ਕਿ ਇਤਿਹਾਸ ਦੇ ਵਿੱਚ ਜੇਕਰ ਕੋਈ ਵਿਅਕਤੀ ਜਾਂ ਫਿਰ ਆਪਾਂ ਕਹੀਏ ਉਹਨਾਂ ਦਾ ਸੈਨਾ ਨਾਇਕ ਜੇ ਯੁੱਧ ਦੇ ਮੈਦਾਨ 'ਚੋਂ ਜਾਂਦਾ ਹੈਗਾ ਤਾਂ ਫਿਰ ਜਿਹੜੀ ਉਹ ਸੈਨਾ ਹੈਗੀ ਆ ਉਹਦੀ ਅਗਵਾਈ ਕਰਨ ਵਾਲਾ ਕੋਈ ਨਹੀਂ ਬਚਦਾ। ਤੇ ਇਸ ਦੇ ਚੱਲਦੇ ਜਿਹੜੀ ਉਹਨਾਂ ਨੂੰ ਵੀ ਜਿਹੜਾ ਆਪਣਾ ਹਾਰ ਉਹਨੂੰ ਮੰਨਣਾ ਪੈਂਦਾ ਹੈਗਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਮਹਿਮੂਦ ਗਜ਼ਨਵੀ ਦੀ ਸੋਮਨਾਥ ਦੇ ਉੱਪਰ ਹਮਲੇ ਦਾ, ਜਿਹੜਾ ਮਹਿਮੂਦ ਗਜ਼ਨਵੀ ਦਾ ਗੁਜਰਾਤ ਦੇ ਉੱਪਰ ਸੋਮਨਾਥ ਦੇ ਉੱਪਰ ਜਿਹੜਾ ਇਹ 16ਵਾਂ ਹਮਲਾ ਸੀਗਾ ਤੇ ਜਿਹੜਾ 1025 ਈਸਵੀ ਦੇ ਵਿੱਚ ਕੀਤਾ ਗਿਆ ਸੀ। ਤੇ ਇਸ ਦੇ ਨਾਲ ਜਿਹੜਾ ਕਾਠੀਆਵਾੜ ਦੇ ਵਿੱਚ ਜਿਹੜਾ ਮੰਦਿਰ ਹੈਗਾ ਸੋਮਨਾਥ, ਉਹਨੂੰ ਜਿਹੜਾ ਪੂਰੀ ਤਰ੍ਹਾਂ ਉਹਦੇ ਦੁਆਰਾ ਜਿੰਨਾ ਵੀ ਉਹਦੇ ਵਿੱਚ ਸੋਨਾ ਵਗੈਰਾ ਸੀਗਾ ਜਾਂ ਫਿਰ ਹੋਰ ਧਨ ਦੌਲਤ ਸੀਗੀ ਸਾਰਾ ਜਿਹੜਾ ਉਹਦੇ ਦੁਆਰਾ ਲੁੱਟ ਕੇ ਲਿਜਾਇਆ ਜਾਂਦਾ ਹੈਗਾ। ਤੇ ਇੱਥੇ ਜਿਹੜਾ ਸੈਂਕੜੇ ਮਣ ਜਿਹੜਾ ਸੋਨਾ ਉਹਨੂੰ ਸੋਨਾ ਚਾਂਦੀ ਦੇ ਜਾਂ ਫਿਰ ਹੋਰ ਗਹਿਣੇ ਵੀ ਇੱਥੋਂ ਪ੍ਰਾਪਤ ਹੁੰਦੇ ਹੈਗੇ ਨੇ। ਇਸ ਤੋਂ ਅੱਗੇ ਚੱਲ ਕੇ ਜਿਹੜਾ ਮਹਿਮੂਦ ਗਜ਼ਨਵੀ ਹੈਗਾ 1030 ਈਸਵੀ ਦੇ ਵਿੱਚ ਇਹਦੀ ਜਿਹੜੀ ਮੌਤ ਹੋ ਜਾਂਦੀ ਹੈਗੀ। ਤੇ ਇਸ ਤੋਂ ਇਲਾਵਾ ਅੱਗੇ ਆਪਾਂ ਗੱਲ ਕਰਾਂਗੇ ਮੁਹੰਮਦ ਗੌਰੀ ਦੇ ਬਾਰੇ ਵਿੱਚ। ਮੁਹੰਮਦ ਗੌਰੀ ਵੀ ਜਿਹੜਾ ਅਫਗਾਨਿਸਤਾਨ ਦਾ ਸ਼ਾਸਕ ਹੈਗਾ ਇਹ ਜਿਹੜਾ ਅਫਗਾਨਿਸਤਾਨ ਦੇ ਵਿੱਚ ਗੌਰ ਇਲਾਕਾ ਹੈਗਾ ਉੱਥੋਂ ਦਾ ਸ਼ਾਸਕ ਸੀਗਾ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਇਹਨੇ ਵੀ ਜਿਹੜਾ ਭਾਰਤ ਦੇ ਉੱਪਰ ਹਮਲਾ ਕੀਤਾ ਸੀ ਤੇ ਇਸ ਇਹ ਹਮਲਿਆਂ ਦਾ ਕਾਰਨ ਇਹਦੇ ਜਿਹੜਾ ਸਾਮਰਾਜ ਦਾ ਵਿਸਥਾਰ ਕਰਨਾ ਸੀਗਾ। ਤੇ 1075 ਈਸਵੀ ਦੇ ਵਿੱਚ ਮੁਲਤਾਨ ਤੇ ਜਿਹੜਾ ਇਹਨੇ ਹਮਲਾ ਕੀਤਾ ਸੀ ਸਭ ਤੋਂ ਪਹਿਲਾਂ, ਤੇ ਉਸ ਨੂੰ ਜਿਹੜਾ ਆਪਣੇ ਕਬਜ਼ੇ ਵਿੱਚ ਵੀ ਕਰ ਲਿਆ ਸੀਗਾ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ 1078 ਦੇ ਵਿੱਚ ਜਦੋਂ ਇਹਨੇ ਗੁਜਰਾਤ ਦੇ ਉੱਪਰ ਹਮਲਾ ਕੀਤਾ ਸੀ ਤਾਂ ਉਸ ਟਾਈਮ ਤੇ ਸ਼ਾਸਕ ਜਿਹੜਾ ਸੀਗਾ ਗੁਜਰਾਤ ਦਾ ਉਹ ਭੀਮਦੇਵ ਸੀ। ਤੇ ਉਹਦੇ ਦੁਆਰਾ ਇਹਨੂੰ ਕਰਾਰੀ ਹਾਰ ਦਿੱਤੀ ਗਈ ਸੀ ਮੁਹੰਮਦ ਗੌਰੀ ਨੂੰ। ਇਸ ਤੋਂ ਬਾਅਦ 1079 ਈਸਵੀ ਦੇ ਵਿੱਚ ਵੀ ਪਿਸ਼ਾਵਰ ਦੇ ਵਿੱਚ ਜਿਹੜਾ ਮੁਹੰਮਦ ਗੌਰੀ ਹੈਗਾ ਉਸਨੂੰ ਉਸਦੇ ਦੁਆਰਾ ਹਮਲਾ ਕੀਤਾ ਜਾਂਦਾ ਹੈਗਾ। ਤੇ 1082 ਈਸਵੀ ਦੇ ਵਿੱਚ ਸਿਆਲਕੋਟ ਤੇ ਜਿਹੜਾ ਪੰਜਾਬ ਹੈਗਾ ਉਹ ਆਪਣੇ ਕਬਜ਼ੇ ਵਿੱਚ ਜਿਹੜਾ ਮੁਹੰਮਦ ਗੌਰੀ ਦੇ ਦੁਆਰਾ ਕਰ ਲਿਆ ਜਾਂਦਾ ਹੈਗਾ। ਤੇ ਇਸ ਤੋਂ ਇਲਾਵਾ ਜੇ ਆਪਾਂ ਚਿੱਤਰ ਦੇ ਵਿੱਚ ਦੇਖ ਸਕਦੇ ਹਾਂ ਜਿਹੜਾ ਇਹ ਮੁਹੰਮਦ ਗੌਰੀ ਦਾ ਚਿੱਤਰ ਹੈਗਾ। ਇਸ ਤੋਂ ਇਲਾਵਾ ਜੇ ਆਪਾਂ ਤਰਾਇਨ ਦੇ ਦੋਨਾਂ ਯੁੱਧਾਂ ਦੀ ਗੱਲ ਕਰੀਏ ਤਾਂ 1091 ਈਸਵੀ ਦੇ ਵਿੱਚ ਜਿਹੜਾ ਮੁਹੰਮਦ ਗੌਰੀ ਹੈਗਾ ਦਿੱਲੀ ਤੇ ਅਜਮੇਰ ਦੇ ਸ਼ਾਸਕ ਜਿਹੜਾ ਪ੍ਰਿਥਵੀਰਾਜ ਚੌਹਾਨ ਜਿਹਦੀ ਆਪਾਂ ਗੱਲ ਕੀਤੀ ਹੈਗੀ ਪ੍ਰਿਥਵੀਰਾਜ ਤੀਸਰਾ, ਉਹਦੇ ਉੱਪਰ ਹਮਲਾ ਕਰਦਾ ਹੈਗਾ। ਤੇ ਪਹਿਲੇ ਯੁੱਧ ਦੇ ਵਿੱਚ ਜਿਹੜਾ ਇਹਨੂੰ ਮੁਹੰਮਦ ਗੌਰੀ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈਗਾ। ਤੇ ਸੈਕਿੰਡ ਯੁੱਧ ਦੇ ਵਿੱਚ ਫਿਰ ਜਦੋਂ ਦੁਬਾਰਾ ਭਿਆਨਕ ਯੁੱਧ ਹੁੰਦਾ ਹੈਗਾ ਦੋਵਾਂ ਸੈਨਾਵਾਂ ਦੇ ਵਿੱਚ ਤਾਂ ਜਿਹੜਾ ਕਿ 1192 ਈਸਵੀ ਦੇ ਵਿੱਚ ਹੋਇਆ ਸੀਗਾ। ਤੇ ਇਹਦੇ ਵਿੱਚ ਮੁਹੰਮਦ ਗੌਰੀ ਜਿੱਤ ਜਾਂਦਾ ਹੈ ਤੇ ਜਿਹੜਾ ਪ੍ਰਿਥਵੀਰਾਜ ਚੌਹਾਨ ਹੈਗਾ ਉਹਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪੈਂਦਾ ਹੈਗਾ।
ਇਸ ਤੋਂ ਅੱਗੇ ਆਪਾਂ ਦੇਖਦੇ ਹੈਗੇ ਹਾਂ ਕਿ 1094 ਈਸਵੀ ਵਿੱਚ ਮੁਹੰਮਦ ਗੌਰੀ ਨੇ ਜਿਹੜਾ ਕਨੌਜ ਦਾ ਰਾਜਾ ਜੈਚੰਦ ਹੈਗਾ ਏ ਤੇ ਜਿਹੜਾ ਮੁਹੰਮਦ ਗੌਰੀ ਇਹਨਾਂ ਦੋਵਾਂ ਦੇ ਵਿਚਕਾਰ ਜਿਹੜਾ ਚੰਦਵਾੜਾ ਦੇ ਵਿੱਚ ਯੁੱਧ ਹੁੰਦਾ ਹੈ ਤੇ ਜਿਸ ਦੇ ਵਿੱਚ ਜਿਹੜਾ ਜੈਚੰਦ ਹੈਗਾ ਉਹਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਹੈਗਾ। ਇਸ ਤੋਂ ਇਲਾਵਾ ਜਿਹੜੀ ਮੁਹੰਮਦ ਗੌਰੀ ਦੀ ਫੌਜ ਹੈਗੀ ਉਸਨੇ ਗੰਗਾ ਯਮੁਨਾ ਦੁਆਬ ਤੇ ਜਿਹੜਾ ਆਪਣਾ ਕਬਜ਼ਾ ਕਰ ਲਿਆ ਸੀ ਤੇ ਇਸ ਦੇ ਨਾਲ ਜਿਹੜਾ ਭਾਰਤ ਦੇ ਵਿੱਚ ਆਪਾਂ ਦੇਖਦੇ ਹੈਗੇ ਕਿ ਤੁਰਕ ਸਾਮਰਾਜ ਦੀ ਨੀਂਹ ਰੱਖੀ ਜਾਂਦੀ ਹੈਗੀ ਹੈ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਯਾਦ ਰੱਖਣਯੋਗ ਨੁਕਤਿਆਂ ਦੇ ਬਾਰੇ ਵਿੱਚ ਤੇ ਆਪਾਂ ਦੇਖਦੇ ਹੈਗੇ ਜਿਹੜਾ ਮੁੱਢਲੇ ਮੱਧਕਾਲ ਦੇ ਵਿੱਚ ਜਿਹੜਾ ਭਾਰਤੀ ਉਪ ਮਹਾਂਦੀਪ ਦੇ ਜੇ ਉੱਤਰੀ ਭਾਗ ਦੀ ਗੱਲ ਕਰੀਏ, ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਗੁਰਜਰ ਪ੍ਰਤਿਹਾਰ ਵੰਸ਼ ਆਪਾਂ ਦੇਖਦੇ ਹਾਂਗੇ ਤੇ ਨਾਲ ਦੀ ਨਾਲ ਜਿਹੜਾ ਪਾਲ ਵੰਸ਼ ਆਪਾਂ ਦੇਖਦੇ ਹਾਂਗੇ। ਇਸ ਤੋਂ ਇਲਾਵਾ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਦੱਖਣ ਭਾਰਤ ਦੇ ਵਿੱਚ ਜਿਹੜਾ ਰਾਸ਼ਟਰਕੂਟ ਵੰਸ਼ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤੇ ਜਿਹੜੇ ਉਸ ਟਾਈਮ ਦੇ ਜਿਹੜੇ ਨਵੇਂ ਰਾਜ ਸਥਾਪਿਤ ਹੋਏ ਸੀਗੇ। ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹੈਗੇ ਜਿਹੜਾ ਇਸ ਟਾਈਮ ਤੇ ਮੁੱਢਲੇ ਮੱਧਕਾਲ ਦੇ ਵਿੱਚ ਵੀ ਜਿਹੜੀ ਜਾਤੀ ਪ੍ਰਥਾ ਹੈਗੀ ਹੈ ਉਹ ਕਾਫੀ ਆਪਾਂ ਨੂੰ ਕਠੋਰ ਅਵਸਥਾ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀ ਤੇ ਜਿਹੜੇ 4 ਵਰਗ ਉਸੇ ਤਰ੍ਹਾਂ ਜਿਹੜੇ ਵੈਦਿਕ ਕਾਲ ਦੇ ਵਿੱਚ ਸੀ ਉਸੇ ਤਰ੍ਹਾਂ ਹੀ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ। ਜਿਹੜੇ ਬ੍ਰਾਹਮਣ ਹੈਗੇ ਨੇ ਸਿੱਖਿਆ ਦੇਣ ਦਾ ਕੰਮ ਕਰਦੇ ਹੈਗੇ ਨੇ, ਜਿਹੜੇ ਕਸ਼ਤਰੀ ਹੈਗੇ ਨੇ ਸਿਪਾਹੀ ਵਰਗ ਜਾਂ ਫਿਰ ਰਾਜਾ ਜਿਹੜਾ ਸ਼ਾਸਕ ਵਰਗ ਹੈਗਾ ਏ ਉਹਨਾਂ ਦੇ ਨਾਲ ਸੰਬੰਧਿਤ ਸੀ। ਵੈਸ਼ ਜਿਹੜੇ ਲੋਕ ਹੈਗੇ ਨੇ ਵਪਾਰ ਕਰਦੇ ਸੀ ਜਾਂ ਖੇਤੀਬਾੜੀ ਕਰਦੇ ਸੀ। ਜਿਹੜੇ ਸ਼ੂਦਰ ਹੈਗੇ ਨੇ ਇਹਨਾਂ ਤਿੰਨਾਂ ਜਿਹੜੇ ਵਰਨ ਹੈਗੇ ਇਹਨਾਂ ਦੀ ਸੇਵਾ ਦਾ ਕਾਰਜ ਇਹਨਾਂ ਦੁਆਰਾ ਕੀਤਾ ਜਾਂਦਾ ਸੀਗਾ। ਇਸ ਤੋਂ ਇਲਾਵਾ ਆਪਾਂ ਧਰਮਾਂ ਦੀ ਗੱਲ ਕਰੀਏ ਤਾਂ ਇਸ ਟਾਈਮ ਤੇ ਜਿਹੜੇ ਜੈਨ, ਬੁੱਧ, ਸ਼ੈਵ ਤੇ ਜਿਹੜਾ ਵੈਸ਼ਨਵ ਧਰਮ ਹੈਗਾ ਏ ਇਹਨਾਂ ਦਾ ਜਿਹੜਾ ਵਿਕਾਸ ਹੁੰਦਾ ਹੈਗਾ ਏ ਤੇ ਨਾਲ ਦੀ ਨਾਲ ਆਪਾਂ ਦੇਖਦੇ ਹੈਗੇ ਕਿ ਮੁੱਢਲੇ ਮੱਧਕਾਲ ਦੇ ਦੌਰਾਨ ਜਿਹੜੇ ਲੋਕਾਂ ਦਾ ਮੁੱਖ ਕਿੱਤਾ ਹੈਗਾ ਏ ਉਹ ਖੇਤੀਬਾੜੀ ਹੈਗਾ ਏ। ਕਨੌਜ ਦੀ ਗੱਲ ਕਰੀਏ ਤਾਂ ਕਨੌਜ ਤੇ ਜਿੱਤ ਪ੍ਰਾਪਤ ਕਰਨ ਲਈ ਜਿਹੜੇ ਪਾਲ, ਗੁਰਜਰ ਪ੍ਰਤਿਹਾਰ ਵੰਸ਼ ਤੇ ਜਿਹੜਾ ਰਾਸ਼ਟਰਕੂਟ ਹੈਗੇ ਨੇ ਇਹਨਾਂ ਦੇ ਵਿੱਚ ਸੰਘਰਸ਼ ਚੱਲਦਾ ਹੈਗਾ ਇਹਨਾਂ ਸ਼ਾਸਕਾਂ ਦੇ ਵਿੱਚ ਤੇ ਇਸ ਨੂੰ ਜਿਹੜਾ ਤ੍ਰਿਕੋਣੀ ਸੰਘਰਸ਼ ਬੋਲਿਆ ਜਾਂਦਾ ਹੈਗਾ ਹੈ। ਫਿਰ ਤ੍ਰਿਪੱਖੀ ਸੰਘਰਸ਼ ਵੀ ਆਪਾਂ ਕਹਿ ਸਕਦੇ ਹੈਗੇ। ਜਿਹੜਾ ਪ੍ਰਿਥਵੀਰਾਜ ਚੌਹਾਨ ਹੈਗਾ ਇਹ ਚੌਹਾਨ ਜਾਂ ਫਿਰ ਚਾਹਮਾਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਹੈਗਾ ਜਿਹਦੇ ਦੁਆਰਾ ਤਰਾਇਨ ਦੇ 2 ਯੁੱਧ ਲੜੇ ਜਾਂਦੇ ਨੇ ਮੁਹੰਮਦ ਗੌਰੀ ਦੇ ਖਿਲਾਫ। ਇਸ ਤੋਂ ਇਲਾਵਾ ਮਹਿਮੂਦ ਗਜਨਵੀ ਦੀ ਗੱਲ ਕਰੀਏ ਤਾਂ ਅਸੀਂ ਜਿਹੜੇ ਭਾਰਤ ਦੇ ਉੱਪਰ 17 ਹਮਲੇ ਕੀਤੇ ਸੀ ਤੇ 16ਵਾਂ ਜਿਹੜਾ ਸੋਮਨਾਥ ਮੰਦਿਰ ਦੇ ਉੱਪਰ ਕੀਤਾ ਗਿਆ ਸੀ ਗੁਜਰਾਤ ਦੇ ਉੱਪਰ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਕਿ ਜਿਹੜਾ ਮੁਹੰਮਦ ਗੌਰੀ ਹੈਗਾ ਇਹਨੇ ਪ੍ਰਿਥਵੀਰਾਜ ਚੌਹਾਨ ਨੂੰ 1092 ਈਸਵੀ ਵਿੱਚ ਤਰਾਇਨ ਦੇ ਦੂਜੇ ਯੁੱਧ ਦੇ ਵਿੱਚ ਜਾਂ ਫਿਰ ਕਹੀਏ ਆਪਾਂ ਲੜਾਈ ਹੈਗੀ ਤਾਂ ਉਹਦੇ ਵਿੱਚ ਇਹਨੂੰ ਹਰਾਇਆ ਸੀਗਾ ਪ੍ਰਿਥਵੀਰਾਜ ਚੌਹਾਨ ਨੂੰ ਤੇ ਪਹਿਲੇ ਯੁੱਧ ਦੇ ਵਿੱਚ ਜਿਹੜਾ ਮੁਹੰਮਦ ਗੌਰੀ ਖੁਦ ਹਾਰਦਾ ਹੈਗਾ। ਇਸ ਤੋਂ ਇਲਾਵਾ ਆਪਾਂ ਮੁਹੰਮਦ ਗੌਰੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਜਿਹੜਾ ਲਾਹੌਰ ਦੇ ਵਿੱਚ ਜਿਹੜੀ ਆਪਣੀ ਵਿਵਸਥਾ ਪੂਰੀ ਤਰ੍ਹਾਂ ਜਿਹੜੀ ਸਥਾਪਿਤ ਕੀਤੀ ਤੇ ਉਸ ਤੋਂ ਇਲਾਵਾ ਜਿਹੜਾ ਕੁਤਬੁਦੀਨ ਐਬਕ ਹੈਗਾ ਉਹਨੂੰ ਆਪਣਾ ਜਿਹੜਾ ਸਾਮਰਾਜ ਜਿਹੜਾ ਸੌਂਪ ਕੇ ਉਹ ਜਿਹੜਾ ਵਾਪਸ ਜਾਂਦਾ ਹੈਗਾ ਤੇ ਉਸ ਤੋਂ ਇਲਾਵਾ ਜਦੋਂ ਵਾਪਸ ਜਾਂਦੇ ਟਾਈਮ ਉਹ ਜਦੋਂ ਸਿੰਧੂ ਨਦੀ ਦੇ ਕਿਨਾਰੇ ਤੇ ਦੈਮਕ ਨਾਮਕ ਸਥਾਨ ਤੇ ਜਿਹੜਾ ਸ਼ਾਮ ਨੂੰ ਨਮਾਜ਼ ਪੜ੍ਹ ਰਿਹਾ ਹੁੰਦਾ ਹੈ ਤਾਂ ਉਸਦੇ ਜਿਹੜਾ ਸ਼ਿਵਰ ਜਿਸ ਦੇ ਵਿੱਚ ਜਦੋਂ ਨਮਾਜ਼ ਪੜ੍ਹ ਰਿਹਾ ਹੁੰਦਾ ਹੈ ਤਾਂ ਉੱਥੇ ਜਿਹੜੇ ਕੁਝ ਵਿਅਕਤੀ ਜਿਹੜੇ ਨੇ ਉਹ ਅਚਾਨਕ ਹੀ ਉਹਦੇ ਸ਼ਿਵਰ ਦੇ ਵਿੱਚ ਆ ਜਾਂਦੇ ਨੇ ਤੇ ਉਹਦਾ ਜਿਹੜਾ ਉੱਥੇ ਉਹ ਉਹਦੀ ਹੱਤਿਆ ਕਰ ਦਿੰਦੇ ਨੇ। ਤੇ ਇਸ ਆਪਾਂ ਘਟਨਾ ਦੀ ਗੱਲ ਕਰੀਏ ਤੇ 15 ਮਾਰਚ 1206 ਈਸਵੀ ਦੀ ਘਟਨਾ ਹੈਗੀ ਹੈ। ਤੇ ਇਸ ਦੇ ਨਾਲ ਹੀ ਜਿਹੜਾ ਵੀਡੀਓ ਦਾ ਅੰਤ ਹੁੰਦਾ ਹੈਗਾ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ।